एक गुरमुख प्यारे ने टैलीफोन करके पुछया सी भी मैं जदों गहरे ध्यान विच जाना हाँ ते उदों मैं डर जाना, भयभीत हो जाना, क्योंकि बाहरों ध्यान छुट रहा है ना, संसार वालों हट रहा है ते अंदर सुन वाल जा रहा है जिथे कुछ भी नहीं है, सन्नाटा ही सन्नाटा, कदी देखिया नहीं कदी सुनिया नहीं। उधर नूं जदों ध्यान जांदा है गहराई दे तल ते अंदर नूं ते डर लगदा है। डर सुभाविक भी है। तो वह कहता फिर मैं एकदम कई बार ज़्यादा डर के भयभीत हो जाना, फिर संसार के कामां कारां चल जाना, उधर ध्यान करदा। ऐसा अक्सर हुंदा है, होवेगा ही, ख्याल विच रखो। क्योंकि ਜਿਹੜੇ संसार नाल तुसीं जुड़े होए हो ना, ਇਹਦੇ ਨਾਲੋਂ ਤੁਸੀਂ ਹਟਣਾ ਨਹੀਂ ਚਾਹੁੰਦੇ ਹੋ। ਇਹੋ ਹੀ ਡਰ ਮੌਤ ਦਾ ਹੈ। ਇਸੇ ਕਰਕੇ ਕਹਿੰਦੇ ਹਨ ਨਾ, ਧਿਆਨ ਮੌਤ ਵਰਗਾ ਹੁੰਦਾ ਹੈ। ਇੱਕ ਪਾਸੇ ਤੂੰ ਮਰਨਾ ਹੈ ਸੰਸਾਰ ਵੱਲੋਂ ਤੇ ਦੂਸਰੇ ਪਾਸੇ ਜੀਵਨ ਹੈ, ਪਰਮ ਜੀਵਨ। ਇੱਕ ਪਾਸੇ ਮੌਤ ਹੈ, ਦੂਸਰੇ ਪਾਸੇ ਜੀਵਨ ਹੈ। ਇਸ ਕਰਕੇ ਇਹਨੂੰ ਪੁਨਰ ਜੀਵਨ ਵੀ ਕਹਿੰਦੇ ਹਨ। ਜਿਵੇਂ ਬ੍ਰਾਹਮਣ ਜਿਹੜਾ ਗਿਆਨ ਨੂੰ ਉਪਲਬਧ ਹੋ ਜਾਏ ਉਹਨੂੰ ਦਵਿਜ ਕਹਿੰਦੇ ਹਨ, ਦੁਬਾਰਾ ਜਨਮੇ। ਜਿਵੇਂ ਬੱਚਾ ਜਨਮ ਲੈਂਦਾ ਹੈ, ਇੱਕ ਪਾਸੇ ਤੋਂ ਮਰ ਰਿਹਾ ਹੁੰਦਾ ਹੈ ਬੱਚਾ, ਕਿਉਂਕਿ ਪਹਿਲਾ ਜੀਵਨ ਚੱਲ ਰਿਹਾ ਹੁੰਦਾ ਹੈ ਬੱਚੇ ਦਾ ਮਾਤਾ ਦੁਆਰਾ। ਮਾਤਾ ਦੁਆਰਾ ਹੀ ਉਹਦਾ ਸਰੀਰ ਕੰਮ ਕਰਦਾ ਹੈ, ਖੂਨ ਚੱਲਦਾ ਹੈ ਉਹਦੇ ਸਰੀਰ ਵਿੱਚ ਬੱਚੇ ਦੇ, ਤੇ ਮਾਤਾ ਦੇ ਨਾਲ ਹੀ ਜੁੜਿਆ ਹੁੰਦਾ ਹੈ। ਉਹਨੂੰ ਕੁਛ ਵੀ ਕਰਨ ਦੀ ਲੋੜ ਨਹੀਂ, ਸਾਹ ਵੀ ਨਹੀਂ ਲੈਣ ਦੀ ਲੋੜ, ਸਾਹ ਵੀ ਨਹੀਂ ਲੈਂਦਾ, ਨਾ ਦਿਲ ਧੜਕਦਾ। ਤੇ ਜਦੋਂ ਬੱਚਾ ਪੈਦਾ ਹੁੰਦਾ ਹੈ ਤੇ ਸਿਰਫ ਪੈਦਾ ਹੀ ਨਹੀਂ ਹੁੰਦਾ ਹੈ, ਇੱਕ ਪਾਸਾ ਉਹਦਾ ਮਰ ਵੀ ਰਿਹਾ ਹੈ। ਮਾਂ ਦੇ ਪੱਖ ਤੋਂ ਉਹ ਮਰ ਰਿਹਾ ਹੈ, ਮਾਂ ਨਾਲੋਂ ਜੁਦਾ ਹੋ ਰਿਹਾ ਹੈ, ਟੁੱਟ ਰਿਹਾ ਹੈ। तो वह घटना जिहड़ी है ना, मां वास्ते तो दर्दनायक हुंदी ही है, ख्याल विच रखियो, पर बच्चे वास्ते बहुत ज़्यादा भयभीत करने वाली है। जिहदे द्वारा वह जीवन पा रहा सी, जिहदे द्वारा उहदा जीवन चल रहा सी, शरीर जीवन सी, अज उहदे तो संबंध टुट रहा है। अपने आप जीना है। तो जदों अलहदा हुंदा है बच्चा, इस करके रोंदा है, बहुत भयभीत हो जाता है, डर जाता है एकदम। वो डरन करके, भयभीत होने करके एकदम उहदा हार्ट जिहड़ा है काम कर लग जाता, तो रोन लग जाता है। रोंदा है, गरमैश पैदा हुंदी ते खून जिहड़ा है उहदे शरीर दे विच चलण लग जाता है, हीट बन गई शरीर दे विच, श्वास चलण लग गई। तो जिहड़ी घटना है बच्चे दी,
ਪੈਦਾ ਹੋਣ ਦੀ ਪੈਦਾ ਹੁੰਦਾ ਹੈ, ਇੱਕ ਪਾਸੇ ਤੂੰ ਮਰਦਾ ਹੈ, ਦੂਸਰੇ ਪਾਸੇ ਜੀਵਨ ਪਾਉਂਦਾ ਹੈ। ਫਿਰ ਇਕੱਲਾ, ਪਹਿਲਾਂ ਤਾਂ ਸਾਥ ਹੁੰਦਾ ਹੈ ਮਾਤਾ ਦੇ ਜੁੜਿਆ ਹੋਇਆ, ਫਿਰ ਇਕੱਲਾ ਹੋ ਜਾਂਦਾ ਹੈ। ਇਵੇਂ ਹੀ ਅਧਿਆਤਮ ਪੱਖ ਦੇ ਵਿੱਚ ਵੀ ਐਸਾ ਹੁੰਦਾ ਹੈ, ਜਿਹਦੇ ਦੁਆਰਾ ਤੁਸੀਂ ਜੀਵਨ ਪਾ ਰਹੇ ਹੋ, ਜੀਵਨ ਚੱਲ ਰਿਹਾ ਹੈ। ਤੁਸੀਂ ਸੋਚਦੇ ਹੋ ਕਿ ਸੰਸਾਰ ਦੁਆਰਾ ਹੀ ਅਸੀਂ ਚੱਲ ਰਹੇ ਹਾਂ, ਸੰਸਾਰ 'ਚੋਂ ਹੀ ਜੀਵਨ ਪਾ ਰਹੇ ਹਾਂ, ਸਭ ਕੁਛ ਮਿਲ ਰਿਹਾ ਹੈ, ਸੁੱਖ ਸੁਵਿਧਾ। ਉੱਧਰੋਂ ਟੁੱਟਣਾ ਹੈ, ਉਹਦੇ ਨਾਲ ਤੁਸੀਂ ਜੁੜੇ ਹੋਏ ਹੋ ਵੈਸੇ ਹੀ, ਜੈਸੇ ਮਾਂ ਬੱਚਾ ਦੇ ਨਾਲ ਜੁੜੀ ਹੁੰਦੀ, ਜਾਂ ਬੱਚਾ ਮਾਂ ਦੇ ਨਾਲ ਜੁੜਿਆ ਹੁੰਦਾ, ਸੰਸਾਰ ਨਾਲ ਜੁੜੇ ਹੀ ਹੋਏ ਹੋ ਨਾ। ਹਾਂ, ਸਥੂਲ ਤਲ ਤੇ ਨਹੀਂ ਜੁੜੇ ਹੋਏ ਹੋ, ਸੂਖਸ਼ਮ ਤਲ ਤੇ ਜੁੜੇ ਹੋਏ। ਸਥੂਲ ਤਲ ਤੇ ਤੁਹਾਡਾ ਸਰੀਰ ਜੁੜਿਆ ਹੋਇਆ ਹੈ, ਸੂਖਸ਼ਮ ਤਲ ਤੇ ਮਨ ਜੁੜਿਆ ਹੋਇਆ ਹੈ। ਇਹਦਾ ਮਤਲਬ ਡਬਲ ਜੋੜ ਹੈ। ਤੇ ਸਥੂਲ ਤਲ ਤੇ ਤੁਸੀਂ ਜੁੜੇ ਹੀ ਰਹੋਗੇ ਸਥੂਲ ਦੇ ਨਾਲ, ਕਿਉਂਕਿ ਸਥੂਲ ਦਾ ਹੀ ਹਿੱਸਾ ਹੈ ਸਰੀਰ, ਧਰਤੀ ਦਾ ਹੀ ਹਿੱਸਾ ਹੈ, ਮਿੱਟੀ ਦਾ ਹੀ ਹਿੱਸਾ ਹੈ, ਇਹ ਤੇ ਮਿੱਟੀ 'ਚ ਹੀ ਰਹੇਗਾ। ਪਰ ਜਿਹੜਾ ਸੂਖਸ਼ਮ ਤਲ ਤੇ ਤੁਸੀਂ ਜੁੜ ਜਾਂਦੇ ਹੋ ਸੰਸਾਰ ਦੇ ਨਾਲ, ਉਹ ਵਾਸਤਵਿਕ ਨਹੀਂ ਹੈ। ਉਸ ਜੋੜ ਨੂੰ ਤੋੜਨਾ ਹੈ, ਤੇ ਇਹ ਜੋੜ ਤੋੜਨਾ ਬਹੁਤ ਜ਼ਿਆਦਾ ਕਠਿਨ ਹੈ, ਸੁਖਾਲਾ ਨਹੀਂ ਹੈ। ਇਹ ਮੋਹ ਮਮਤਾ ਤੋਂ ਮੁਕਤ ਹੋਣਾ, ਮਾਇਆ ਤੋਂ ਕਹਿ ਲਈਏ ਮੁਕਤ ਹੋਣਾ। ਮਾਇਆ ਮਹਾਂ ਠਗਨੀ ਹਮ ਜਾਨੀ, ਕਬੀਰ ਜੀ ਕਹਿੰਦੇ ਹਨ ਨਾ ਵੀ ਮਹਾਂ ਠਗਨੀ ਹੈ, ਇਹਨਾਂ ਨੇ ਵੱਡਿਆਂ ਵੱਡਿਆਂ ਨੂੰ ਛਲ ਲਿਆ ਹੈ, ਭਰਮਾ ਲਿਆ। ਦੇਵੀ ਦੇਵਤੇ ਨਹੀਂ ਬਚੇ ਹਨ ਇਸ ਮਾਇਆ ਤੋਂ। ਇਹੋ ਹੀ ਮੋਹ ਮਾਇਆ। ਪਿੱਛੇ ਆਪਾਂ ਗੱਲ ਨਹੀਂ ਸੀ ਕਰ ਰਹੇ ਵੀ ਪਾਰਵਤੀ ਕਿੰਨਾ ਪ੍ਰੇਮ ਕਰਦੇ ਸੀ ਆਪਣੇ ਪ੍ਰੀਤਮ ਨੂੰ, ਸ਼ਿਵ ਨੂੰ। ਬਹੁਤ ਪ੍ਰੇਮ ਕਹਿੰਦੇ ਕਰਦੇ ਸੀ। ਦੇਖੋ ਅਕਸਰ ਇਸਤਰੀਆਂ ਘਰ ਰਹਿਣਾ ਪਸੰਦ ਕਰਦੀਆਂ ਹਨ, ਜ਼ਿਆਦਾਤਰ ਘਰ ਵਸਾਉਣਾ ਪਸੰਦ ਕਰਦੀਆਂ ਹਨ, ਤੇ ਉਹਨਾਂ ਨੇ ਘਰ ਨਹੀਂ ਵਸਾਇਆ ਹੈ, ਘਰ ਬਣਾਇਆ ਨਹੀਂ ਹੈ, ਉਹਨਾਂ ਦੇ ਨਾਲ ਹੀ ਰਹੀ ਹੈ। ਜੰਗਲ ਬੇਲਿਆਂ ਦੇ ਵਿੱਚ, ਪਹਾੜਾਂ ਦੇ ਵਿੱਚ ਨਾਲ ਘੁੰਮਦੀ ਰਹੀ। ਇਹ ਨਹੀਂ ਕਿਹਾ ਵੀ ਮੈਂ ਘਰ ਰਹਿੰਦੀ ਹਾਂ, ਤੁਸੀਂ ਜਾਣਾ ਹੈ ਤੇ ਜਾਓ, ਮੈਂ ਤੁਹਾਡੇ ਨਾਲ ਕਿਉਂ ਜਾਵਾਂ। ਨਹੀਂ, ਨਾਲ ਨਾਲ ਹੀ। ਇਹੋ ਹੀ ਕਾਰਨ ਹੋਵੇਗਾ ਵੀ ਸ਼ਿਵ ਉਹਨਾਂ ਨੂੰ ਹਿਮਾਲय ਦੇ ਪਹਾੜਾਂ ਵਿੱਚ ਲੈ ਕੇ ਗਏ ਵੀ ਮੋਹ ਮਮਤਾ ਤੋਂ ਦੂਰ ਲੈ ਜਾਣਗੇ ਮਾਇਆ ਤੋਂ, ਤੇ ਸ਼ਾਇਦ ਇਹਦਾ ਧਿਆਨ ਟੁੱਟ ਜਾਵੇ, ਹਟ ਜਾਵੇ। ਪਰ ਮਾਇਆ ਨੇ ਦੇਖ ਲਓ ਹਿਮਾਲय ਦੇ ਵਿੱਚੋਂ ਖਿੱਚ ਲਿਆਂਦਾ ਉਹਨੂੰ ਥੱਲੇ। ਕੈਸੀ ਕਸ਼ਿਸ਼ ਹੈ ਮਾਇਆ ਦੀ। ਵਾਪਸ ਆ ਗਈ ਆਪਣੇ ਮਾਤਾ ਪਿਤਾ ਦੇ ਘਰ। ਉਹਨਾਂ ਨੇ ਬੁਲਾਇਆ ਵੀ ਨਹੀਂ ਸੀ, ਫਿਰ ਵੀ ਦੇਖ ਲਓ ਕਿੰਨੀ ਕਸ਼ਿਸ਼, ਕਿੰਨੀ ਖਿੱਚ ਮਾਇਆ ਦੀ। ਤੇ ਇਹ ਮਾਇਆ ਜਿਹੜੀ ਹੈ ਨਾ, ਇਹਦੇ ਤੋਂ ਤੇ ਜਿਨ੍ਹਾਂ ਨੂੰ ਤੁਸੀਂ ਦੇਵੀ ਦੇਵਤਾ ਕਹਿੰਦੇ ਹੋ, ਉਹ ਨਹੀਂ ਬਚ ਸਕੇ ਹਨ। ਇਹਦਾ ਇੰਨਾ ਪ੍ਰਬਲ ਆਕਰਸ਼ਣ ਹੈ।
ਇਹ ਭਰਮਾਉਂਦੀ ਹੈ, ਆਕਰਸ਼ਿਤ ਕਰਦੀ ਹੈ। ਬਹੁਤ ਰੂਪਾਂ ਦੇ ਵਿੱਚ ਤੁਹਾਨੂੰ ਭਰਮਾਉਂਦੀ ਹੈ ਮਾਇਆ। ਇਸਤਰੀ ਦੇ ਰੂਪ ਦੇ ਵਿੱਚ, ਪੁਰਸ਼ ਦੇ ਰੂਪ ਦੇ ਵਿੱਚ, ਬੱਚੇ ਦੇ ਰੂਪ ਦੇ ਵਿੱਚ, ਹੋਰ ਤਰ੍ਹਾਂ ਤਰ੍ਹਾਂ ਦੇ ਰੂਪ ਰਚ ਕੇ ਬਾਹਰ ਸਥੂਲ ਤੁਹਾਨੂੰ ਖਿੱਚਦੀ ਹੈ ਆਪਣੇ ਵੱਲ ਨੂੰ। ਇਹ ਮਾਇਆ ਹੀ ਹੈ ਨਾ, ਜਿਹਨੂੰ ਦੇਖ ਕੇ ਤੁਸੀਂ ਆਕਰਸ਼ਿਤ ਹੋ ਜਾਂਦੇ ਹੋ। ਉਹ ਮਾਇਆ ਹੈ, ਉਹਦੇ ਵੱਲ ਤੁਸੀਂ ਤੁਰ ਪੈਂਦੇ ਹੋ। ਜਿਵੇਂ ਕਹਿੰਦੇ ਹਨ ਨਾ ਵੀ ਕਿਸੇ ਨੂੰ ਪ੍ਰੇਮ ਹੋ ਗਿਆ ਤੇ ਜਿਹਦੇ ਨਾਲ ਹੋਇਆ ਤੇ ਉਹ ਉਧਰ ਨੂੰ ਹੀ ਤੁਰ ਪਿਆ, ਦੂਸਰੇ ਪਾਸੇ ਨੂੰ ਭੁੱਲ ਗਿਆ। ਪ੍ਰੇਮ ਕੀ ਹੋਇਆ? ਆਕਰਸ਼ਿਤ ਹੋ ਗਿਆ, ਸਮੋਹਿਤ ਹੋ ਗਿਆ ਰੂਪ ਦੇਖ ਕੇ, ਰੰਗ ਦੇਖ ਕੇ, ਤੇ ਉਹੀ ਉਹਦੇ ਖਿਆਲਾਂ ਵਿੱਚ ਘੁੰਮਣ ਲੱਗ ਗਿਆ। ਜੋ ਦੇਖਿਆ ਹੈ, ਜੋ ਸੋਚਿਆ ਹੈ, ਸੋਚ ਸੋਚ ਕੇ ਹੀ ਫਿਰ ਉਧਰ ਨੂੰ ਚੱਲ ਪਿਆ। ਹੁਣ ਦੁਨੀਆ ਦੀ ਪਰਵਾਹ ਨਹੀਂ ਕਰਦਾ ਹੈ, ਉਧਰ ਨੂੰ ਤੁਰਿਆ ਜਾਂਦਾ। ਇਹੋ ਹੀ ਮਾਇਆ ਹੈ ਤੇ ਬਹੁਤ ਰੂਪਾਂ ਦੇ ਵਿੱਚ, ਰੰਗਾਂ ਦੇ ਵਿੱਚ ਆਕਰਸ਼ਿਤ ਕਰ ਰਹੀ ਹੈ। ਦੇਖੋ ਨਵੇਂ ਨਵੇਂ ਰੂਪ ਰਚਦੀ। ਇਹੋ ਮੈਂ ਕਹਿੰਦਾ ਹਾਂ ਨਾ, ਬਾਬੇ ਨਾਨਕ ਦੇ ਟਾਈਮ ਰੂਪ ਘੱਟ ਸਨ ਮਾਇਆ ਦੇ, ਤੇ ਹੁਣ ਗਾਹਾਂ ਤੋਂ ਗਾਹਾਂ ਮਾਇਆ ਦੇ ਰੂਪ ਜਿਹੜੇ ਹਨ ਵੱਧਦੇ ਜਾਂਦੇ ਹਨ। ਹੋਰ ਵੀ ਉਹ ਆਕਰਸ਼ਣ ਦੇ ਰੂਪ ਬਣ ਰਹੇ ਹਨ। ਜਿਵੇਂ ਟੈਲੀਫੋਨ ਹੈ, ਸਮਰਾਟ ਫੋਨ ਤੁਹਾਡੇ ਹੱਥਾਂ ਦੇ ਵਿੱਚ, ਕਿੰਨਾ ਆਕਰਸ਼ਿਤ ਕਰਦਾ ਹੈ ਬੱਚਿਆਂ ਨੂੰ। ਅਜੋਕੇ ਸਮੇਂ 'ਚ ਬੱਚੇ, ਨੌਜਵਾਨ ਇਹਦੇ ਵੱਲ ਨੂੰ ਬੜੇ ਆਕਰਸ਼ਿਤ ਹੋ ਰਹੇ ਹਨ। ਟੈਲੀਫੋਨ ਤੋਂ ਬਗੈਰ ਨਹੀਂ ਰਹਿ ਸਕਦੇ। ਤੇ ਇਹ ਵੀ ਮਾਇਆ ਹੀ ਹੈ ਨਾ, ਮਾਇਆ ਦਾ ਇੱਕ ਰੂਪ ਹੈ। ਤੇ ਆਕਰਸ਼ਣ ਜਿਹੜਾ ਹੈ ਨਾ ਮਾਇਆ ਦਾ ਵੀ ਵੱਧ ਰਿਹਾ ਹੈ ਦਿਨ ਪਰ ਦਿਨ। ਨਵੇਂ ਨਵੇਂ ਰੂਪ ਮਾਇਆ ਦੇ ਆ ਰਹੇ ਹਨ, ਤੁਸੀਂ ਭਰਮਾਏ ਜਾ ਰਹੇ ਹੋ, ਖਿੱਚੇ ਜਾ ਰਹੇ ਹੋ, ਤਾਂ ਮਾਇਆ ਦੇ ਰੂਪਾਂ ਦੇ ਨਾਲ ਜੁੜ ਰਹੇ ਹੋ। ਮਾਇਆ ਇਹਨੂੰ ਹੀ ਕਿਹਾ ਹੈ, ਸਮੋਹਿਤ ਹੋ ਜਾਣਾ, ਦੇਖ ਕੇ ਆਕਰਸ਼ਿਤ ਹੋ ਜਾਣਾ। ਆਕਰਸ਼ਣ ਹੋ ਗਿਆ ਤੁਹਾਨੂੰ, ਤੁਸੀਂ ਉਹਦੇ ਨਾਲ ਜੁੜਨ ਲੱਗ ਪਏ। ਹੁਣ ਜੁੜ ਗਏ ਤੁਸੀਂ, ਹੁਣ ਜੋੜ ਟੁੱਟਦਾ ਨਹੀਂ ਹੈ। ਤੇ ਤੋੜਨ ਵੇਲੇ ਜਿਹੜਾ ਹੈ ਨਾ ਜੋੜ, ਫਿਰ ਦੁੱਖ ਹੁੰਦਾ ਹੈ। ਜਿਵੇਂ ਤੁਹਾਡੀ ਬਹੁਤ ਪਿਆਰੀ ਕੋਈ ਚੀਜ਼ ਹੋਵੇ, ਤੁਹਾਡੇ ਤੋਂ ਜੁਦਾ ਹੋ ਜਾਵੇ, ਤੁਹਾਨੂੰ ਕਿੰਨਾ ਦੁੱਖ ਹੁੰਦਾ ਹੈ। ਪਿਆਰੀ ਕੀ ਸੀ? ਤੁਹਾਡਾ ਆਕਰਸ਼ਣ ਸੀ ਉਹਦੇ ਨਾਲ, ਜਾਂ ਤੁਹਾਡਾ ਕੋਈ ਸੰਬੰਧੀ ਹੈ, ਤੁਹਾਡਾ ਕੋਈ ਆਪਣਾ ਹੈ। ਜਾਂ ਮੈਂ ਜਿਵੇਂ ਕਿਹਾ ਵੀ ਟੈਲੀਫੋਨ, ਇਹੋ ਜਿਹੀਆਂ ਕਈ ਚੀਜ਼ਾਂ ਦੇ ਨਾਲ ਜੁੜੇ ਹੋਏ ਹਨ, ਕਾਰਾਂ ਦੇ ਨਾਲ ਜੁੜੇ ਹੋਏ, ਉਹਦੇ ਤੋਂ ਦੂਰ ਹੁੰਦਾ ਹੈ ਜਦੋਂ ਆਪ, ਕਿੰਨਾ ਦੁੱਖ ਹੁੰਦਾ। ਦੁੱਖ ਕਿਉਂ ਹੁੰਦਾ ਹੈ? ਪਕੜ ਦਾ ਕਰਕੇ ਹੀ। ਤੁਸੀਂ ਜੁੜ ਗਏ ਸੀ, ਉਹਨੂੰ ਆਪਣਾ ਸਮਝ ਲਿਆ ਸੀ, ਆਪਣੇ ਸਰੀਰ ਦਾ ਹਿੱਸਾ, ਉਹ ਤੋਂ ਦੂਰ ਜਾ ਰਿਹਾ ਹੈ ਤੇ ਦੁੱਖ ਲੱਗ ਰਿਹਾ। ਤੁਹਾਡੇ ਤੋਂ ਦੂਰ ਜਾਂਦੀ ਹੈ ਜਿਹੜੀ ਚੀਜ਼ ਜਿਹਦੇ ਨਾਲ ਤੁਸੀਂ ਜੁੜੇ ਹੋਏ ਹੋ, ਦੁੱਖ ਲੱਗਦਾ। ਇਵੇਂ ਹੀ ਧਿਆਨ ਵਿੱਚ ਹੁੰਦਾ ਹੈ ਵੀ ਇੱਕ ਪਾਸੇ ਤੋਂ ਤੁਸੀਂ ਹਟ ਰਹੇ ਹੋ, ਝੂਠ ਵਾਲੇ ਪਾਸੇ ਤੋਂ, ਝੂਠ ਵੱਲੋਂ ਮਰਨਾ ਹੈ ਤੇ ਸੱਚ ਵਿੱਚ ਜੀਵਨ ਹੈ। ਇੱਕ ਪਾਸੇ ਤੋਂ ਮੌਤ ਹੋ ਰਹੀ, ਇੱਕ ਪਾਸੇ ਤੋਂ ਛੁਟਕਾਰਾ। ਜਿਵੇਂ ਮਰਨ ਵੇਲੇ ਹੁੰਦਾ ਹੈ, ਖਿਆਲ ਵਿੱਚ ਲਓ। ਮੌਤ ਤੋਂ ਕਿਉਂ ਡਰਦਾ ਹੈ ਆਦਮੀ? ਮਰਨੋਂ ਇਸੇ ਕਰਕੇ ਡਰਦਾ ਹੈ ਨਾ ਵੀ ਬਾਹਰ ਜੋ ਕੁਛ ਹੈ ਸਭ ਤੋਂ ਛੁੱਟ ਜਾਣਾ ਹੈ, ਜੁਦਾ ਹੋ ਜਾਣਾ ਹੈ। ਮੇਰਾ ਕੀ ਹੋਊਗਾ ਜਦੋਂ ਕੁਛ ਵੀ ਨਾ ਹੋਊਗਾ? ਸਰੀਰ ਦੇ ਦੁੱਖ ਤੋਂ ਆਦਮੀ ਨਹੀਂ ਡਰਦਾ ਹੈ, ਖਿਆਲ ਵਿੱਚ ਰੱਖੋ।
ਤੁਸੀਂ ਸੋਚਦੇ ਹੋ ਵੀ ਜਦੋਂ ਮਰਦਾ ਹੈ ਸਰੀਰ ਬੜਾ ਤੜਫਦਾ ਹੈ ਤੇ ਦੁਖੀ ਹੁੰਦਾ ਹੋਵੇਗਾ ਆਦਮੀ। ਸਾਰੇ ਨਹੀਂ ਦੁਖੀ ਹੁੰਦੇ ਹਨ, ਕਈ ਬੇਹੋਸ਼ ਹੋ ਜਾਂਦੇ ਹਨ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ, ਕਿਉਂਕਿ ਦੁੱਖ ਨੂੰ ਜਾਣਨ ਵਾਸਤੇ ਵੀ ਹੋਸ਼ ਤੇ ਚਾਹੀਦਾ ਹੀ ਹੈ ਨਾ। ਕਈ ਸੁੱਤੇ ਪਏ ਮਰ ਜਾਂਦੇ ਹਨ, ਕਈ ਐਕਸੀਡੈਂਟਾਂ ਦੇ ਵਿੱਚ ਇੱਕਦਮ ਮਰ ਜਾਂਦੇ ਹਨ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਮਰ ਗਏ ਕਿ ਨਹੀਂ। ਤੇ ਸਾਰਿਆਂ ਨੂੰ ਦੁੱਖ ਨਹੀਂ ਹੁੰਦਾ ਹੈ ਸਰੀਰਕ, ਪਰ ਜਿਹੜੀ ਬਾਹਰ ਦੀ ਪਕੜ ਹੈ ਨਾ, ਇਹਦਾ ਦੁੱਖ ਹੁੰਦਾ ਹੈ, ਸੰਸਾਰ ਦੀ ਪਕੜ ਦਾ ਦੁੱਖ। ਉਦੋਂ ਆਦਮੀ ਤੜਫਦਾ, ਹੱਥ ਮਰੋੜੇ ਤਨ ਕਪੇ ਸਿਆਹ ਹੋ ਆਸੀਤ, ਜਿਹਾ ਬੀਜੇ ਸੋ ਲੂਣੇ ਕਰਮਾਂ ਸੰਦੜਾ ਕੇ। ਜੋ ਬੀਜਿਆ ਹੈ, ਜੋ ਤੁਸੀਂ ਕਰ ਰਹੇ ਹੋ, ਉਹੋ ਹੀ ਅੰਤ ਸਮੇਂ ਤੁਹਾਨੂੰ ਵੱਢਣਾ ਪਵੇਗਾ। ਭਾਵੇਂ ਅਗਰ ਤੁਸੀਂ ਲਗਾਵ ਲਾਇਆ ਹੈ ਜ਼ਿਆਦਾ ਸੰਸਾਰ ਦੇ ਨਾਲ, ਤੋ ਟੁੱਟੇਗਾ ਹੀ। ਜਿੰਨਾ ਜ਼ਿਆਦਾ ਲੱਗਾ ਹੋਵੇਗਾ ਓਨਾ ਔਖਾ ਟੁੱਟੇਗਾ। ਹੁਣ ਤੁਸੀਂ ਸੋਚੋ, ਅਗਰ ਤੁਹਾਨੂੰ ਇੱਕਦਮ ਸੰਸਾਰ ਜੋ ਤੁਸੀਂ ਵਸਾਇਆ ਹੈ, ਤੁਹਾਡੇ ਆਪਣੇ ਹਨ, ਉਹਨਾਂ ਤੋਂ ਦੂਰ ਜਾਣਾ ਪਵੇ, ਤੁਸੀਂ ਜਾਣਾ ਚਾਹੁੰਦੇ ਹੋ? ਹਾਂ, ਤੁਸੀਂ ਹੋ ਸਕਦਾ ਹੈ ਕਹਿ ਦਿਓ ਵੀ ਅਸੀਂ ਜਾਣਾ ਚਾਹੁੰਦੇ ਹਾਂ, ਕਈ ਪਰੇਸ਼ਾਨ ਵੀ ਹਨ ਰਹਿ ਕੇ, ਪਰ ਦੂਰ ਜਾ ਕੇ ਤੁਹਾਨੂੰ ਪਤਾ ਲੱਗੇਗਾ ਵੀ ਵਾਰ-ਵਾਰ ਚੇਤੇ ਆਵੇ, ਕਿ ਵਾਰ-ਵਾਰ ਖਿਆਲ ਆਵੇ। ਦੂਰ ਜਾ ਕੇ ਆਕਰਸ਼ਣ ਦਾ ਪਤਾ ਲੱਗਦਾ, ਲਾਗੇ ਰਹਿ ਕੇ ਨਹੀਂ। ਤੇ ਇਹ ਆਕਰਸ਼ਣ ਹੈ, ਇਹ ਵੈਸੇ ਹੀ ਹੈ ਜੈਸੇ ਆ ਧਰਤੀ ਇਸ ਸਰੀਰ ਨੂੰ ਖਿੱਚ ਰਹੀ ਹੈ। ਧਰਤੀ 'ਚ ਕਹਿੰਦੇ ਹਨ ਨਾ, ਗ੍ਰੈਵਿਟੇਸ਼ਨ ਹੈ, ਕਸ਼ਿਸ਼ ਹੈ, ਖਿੱਚ ਹੈ, ਖਿੱਚਦੀ ਹੈ ਆਪਣੇ ਵੱਲ। ਇਹਦੀ ਪਕੜ ਤੋਂ ਬਾਹਰ ਜਾਣਾ ਹੋਵੇ ਨਾ, ਜਿਹੜੇ ਜਾਂਦੇ ਹਨ ਅੰਤਰਿਕਸ਼ ਦੇ ਵਿੱਚ, ਅੰਤਰਿਕਸ਼ ਜਾਨ ਰਾਹੀਂ, ਕਹਿੰਦੇ ਇਹਦੀ ਪਕੜ ਦੇ ਵਿੱਚੋਂ ਬਾਹਰ ਨਿਕਲਣ ਵਾਸਤੇ ਬਹੁਤ ਈਂਧਨ ਦੀ ਲੋੜ ਪੈਂਦੀ ਹੈ। ਜਿੱਥੋਂ ਤੱਕ ਇਹਦਾ ਗ੍ਰੈਵਿਟੇਸ਼ਨ ਹੈ, ਪਕੜ ਹੈ, ਖਿੱਚ ਹੈ, ਉੱਥੋਂ ਤੱਕ ਬਹੁਤ ਜ਼ਿਆਦਾ ਜ਼ੋਰ ਲੱਗਦਾ ਹੈ ਉਸ ਜਾਨ ਦਾ, ਜਿਹੜਾ ਅੰਤਰਿਕਸ਼ ਜਾ ਰਿਹਾ ਹੈ। ਤੇ ਲਾਸਟ ਪਕੜ ਜਿਹੜੀ ਹੈ, ਲਾਸਟ ਪਰਤ ਹੈ, ਉਹਦੇ ਤੋਂ ਕਈ ਵਾਰ ਕਈ ਯਾਨ ਪਾਰ ਨਹੀਂ ਹੋ ਪਾਉਂਦੇ ਹਨ। ਕਹਿੰਦੇ ਹਨ ਵੀ ਬਹੁਤ ਸਪੀਡ ਦੇ ਨਾਲ ਉਸ ਪਰਤ ਨੂੰ ਪਾਰ ਕਰਨਾ ਪੈਂਦਾ ਹੈ, ਬਹੁਤ ਤੇਜ਼ੀ ਦੇ ਨਾਲ। ਜਿਹੜੇ ਅੰਤਰਿਕਸ਼ 'ਚ ਜਾਂਦੇ ਹਨ ਤੇ ਉਹ ਦੱਸਦੇ ਹਨ ਵੀ ਸਿੱਧੇ ਪਾਰ ਨਹੀਂ ਹੋ ਸਕਦੇ ਧਰਤੀ ਦੀ ਕਸ਼ਿਸ਼, ਘੁੰਮ ਘੁੰਮ ਕੇ ਧਰਤੀ ਦੇ ਚਾਰ ਚੁਫੇਰੇ ਰਾਉਂਡ ਲਾਉਂਦੇ ਹਨ, ਤੇ ਆਸਤੇ ਆਸਤੇ ਪਰਤ ਦਰ ਪਰਤ ਧਰਤੀ ਦੀ ਪਾਰ ਕਰਦੇ ਰਹਿੰਦੇ ਨੇ। ਤੇ ਆਖਰੀ ਪਰਤ ਜਿਹੜੀ ਉਹ ਬਹੁਤ ਸਪੀਡ ਦੇ ਨਾਲ ਫਿਰ ਪਾਰ ਕਰਦੇ, ਘੁੰਮ ਘੁੰਮ ਕੇ ਧਰਤੀ ਕਸ਼ਿਸ਼ ਚੋਂ ਬਾਹਰ ਨਿਕਲਦੇ। ਜਦੋਂ ਪਕੜ ਚੋਂ ਬਾਹਰ ਨਿਕਲ ਗਏ, ਕਸ਼ਿਸ਼ ਚੋਂ ਬਾਹਰ ਨਿਕਲ, ਫਿਰ ਨਹੀਂ ਬਹੁਤ ਜ਼ੋਰ ਲੱਗਦਾ ਯਾਨ ਦਾ, ਫਿਰ ਖਿੱਚ ਘਟ ਜਾਂਦੀ ਹੈ। ਇਵੇਂ ਹੀ ਹੈ ਮੋਹ ਦੀ ਕਸ਼ਿਸ਼, ਮੋਹ ਦੀ ਖਿੱਚ। ਇਹਦੇ ਤੇ ਤੁਸੀਂ ਜਦੋਂ ਬਾਹਰ ਨਿਕਲੋਗੇ, ਏਦਾਂ ਹੀ ਤੁਸੀਂ ਵੀ ਘੁੰਮ ਘੁੰਮ ਕੇ ਨਿਕਲੋਗੇ। ਇਹਦੀ ਵੀ ਬੜੀ ਪਕੜ ਹੈ ਮਜ਼ਬੂਤ। ਕਦੀ ਮਨ ਥੋੜ੍ਹਾ ਜਿਹਾ ਬਾਹਰ ਜਾਵੇਗਾ ਤੁਹਾਡਾ, ਜਿਵੇਂ ਹੁੰਦਾ ਹੀ ਹੈ, ਮੇਰੀਆਂ ਗੱਲਾਂ ਸੁਣ ਕੇ ਕਈ ਵਾਰ ਰਾਗ ਆਉਂਦਾ ਹੈ ਕਈਆਂ ਨੂੰ ਵੀ ਕੁਛ ਨਹੀਂ ਹੈ, ਐਵੇਂ ਫਸੇ ਹੋਏ ਹਾਂ, ਤੇ ਤੁਸੀਂ ਥੋੜ੍ਹਾ ਜਿਹਾ ਬਾਹਰ ਨਿਕਲਦੇ ਹੋ, ਖਿਆਲ ਕਰਦੇ ਹੋ ਕਿ ਛੱਡਣਾ ਹੀ ਹੈ, ਵੀ ਇਹਦੇ ਵਿੱਚ ਦੁੱਖ ਹੈ। ਥੋੜ੍ਹੇ ਜਿਹੇ ਤੁਸੀਂ ਬਾਹਰ ਆਉਂਦੇ ਹੋ ਸਤਸੰਗ ਸੁਣ ਕੇ, ਤੇ ਥੋੜ੍ਹਾ ਥੋੜ੍ਹਾ ਪਕੜ ਤੋਂ ਛੁੱਟਦੇ ਹੋ। ਕਈ ਵਾਰ ਕਈ ਪ੍ਰੇਮੀ ਕਹਿ ਵੀ ਦਿੰਦੇ ਹਨ, ਕਈ ਵਾਰ ਤੇ ਇਹੋ ਲੱਗਦਾ ਹੈ ਜਿਵੇਂ ਅਸੀਂ ਬਿਲਕੁਲ ਸੁਤੰਤਰ ਹੋ ਗਏ, ਆਜ਼ਾਦ ਹੋ ਗਏ, ਸੁਰਖਰੂ ਹੋ ਗਏ, ਵੀ ਛੁੱਟ ਗਏ ਹੁਣ ਉਹ ਮਾਇਆ ਤੋਂ। ਥੋੜ੍ਹਾ ਹੀ ਸਮਾਂ ਹੁੰਦਾ ਹੈ ਐਸਾ, ਫਿਰ ਉਸੇ ਹੀ ਮੋਹ ਮਾਇਆ ਦੇ ਵਿੱਚ ਫਸ ਜਾਂਦੇ ਹਾਂ, ਫਿਰ ਉਹ ਵਿਚਾਰਧਾਰਾ ਸੰਸਾਰ ਦੀ ਸੋਚਣ ਲੱਗ ਜਾਂਦੇ
ਜੀਵਨ ਬਾਰੇ, ਆਪਣਿਆਂ ਬਾਰੇ, ਫਿਰ ਫਸ ਗਏ। ਇੱਦਾਂ ਵਾਰ-ਵਾਰ ਫਸਣਾ ਹੁੰਦਾ ਹੈ, ਵਾਰ-ਵਾਰ ਨਿਕਲਣਾ ਹੈ। ਹੌਲੀ ਹੌਲੀ ਅਗਰ ਤੁਸੀਂ ਫਸਣ ਦੀ ਪ੍ਰਕਿਰਿਆ ਘੱਟ ਕਰਦੇ ਗਏ, ਨਿਕਲਣ ਦੀ ਜ਼ਿਆਦਾ ਕਰਦੇ ਗਏ, ਜਿਵੇਂ ਜਾਨ ਘੁੰਮ ਘੁੰਮ ਕੇ ਬਾਹਰ ਨੂੰ ਧਰਤੀ ਤੋਂ ਦੂਰ ਹਟਦਾ ਜਾਂਦਾ ਹੈ, ਹੌਲੀ ਹੌਲੀ ਇੱਦਾਂ ਤੁਸੀਂ ਥੋੜ੍ਹੀ ਥੋੜ੍ਹੀ ਪਕੜ ਛੱਡੀ ਗਏ ਮੋਹ ਮਾਇਆ ਦੀ, ਤੇ ਹੌਲੀ ਹੌਲੀ ਤੁਸੀਂ ਮੋਹ ਮਾਇਆ ਤੋਂ ਬਾਹਰ ਜਾਂਦੇ ਜਾਓਗੇ। ਬੋਲਿਆ ਵੀ ਇਸੇ ਕਰਕੇ ਜਾ ਰਿਹਾ ਹੈ ਰੋਜ਼, ਵੀ ਤੁਹਾਨੂੰ ਖਿਆਲ ਵਿੱਚ ਆ ਸਕੇ। ਵਾਰ-ਵਾਰ ਭੁੱਲ ਜਾਂਦਾ ਹੈ ਬੰਦਾ, ਇਹ ਮਾਇਆ ਭੁਲਾ ਦਿੰਦੀ ਹੈ। ਤੁਸੀਂ ਸ਼ਾਮ ਨੂੰ ਸੁਣ ਕੇ ਹਟਦੇ ਹੋ, ਸਵੇਰੇ ਭੁੱਲ ਜਾਂਦੇ ਹੋ, ਫਿਰ ਉਹ ਹੀ ਮਾਇਆ ਦੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ। ਕਿਉਂਕਿ ਜਿਹਦੇ ਵਿੱਚ ਰਹਿ ਰਹੇ ਹੋ, ਚਾਰ ਚੁਫੇਰੇ ਤੋਂ ਮਾਇਆ ਦਾ ਹੀ ਪ੍ਰਭਾਵ ਪੈ ਰਿਹਾ। ਮਾਇਕ ਹੀ ਲੋਕ ਹਨ ਤੁਹਾਡੇ, ਪਰਿਵਾਰ ਦੇ ਵਿੱਚ ਵੀ ਮਾਇਆ ਬਾਰੇ ਸੋਚਣ ਵਾਲੇ ਹਨ, ਤੇ ਗ੍ਰਸਤੀ ਦੇ ਵਿੱਚ, ਪਰਿਵਾਰ ਦੇ ਵਿੱਚ ਰਹਿ ਕੇ ਇਸੇ ਕਰਕੇ ਮੁਕਤ ਹੋਣਾ ਔਖਾ ਹੈ ਨਾ, ਕਿ ਚਾਰ ਚੁਫੇਰੇ ਤੋਂ ਸਾਰੇ ਹੀ ਪ੍ਰਭਾਵ ਪਾਉਂਦੇ ਹਨ, ਖਿੱਚਦੇ ਹਨ ਆਪਣੇ ਵੱਲ ਪਰਿਵਾਰ ਦੇ ਮੈਂਬਰ, ਤੇ ਕਿਸੇ ਨਾ ਕਿਸੇ ਬਹਾਨੇ ਮਾਇਆ ਖਿੱਚਦੀ ਹੈ, ਭਰਮਾਉਂਦੀ ਹੈ ਤੁਹਾਨੂੰ, ਤੁਸੀਂ ਫਿਰ ਖਿੱਚੇ ਚਲੇ ਜਾਂਦੇ। ਤੇ ਵਾਰ-ਵਾਰ ਤੁਹਾਨੂੰ ਖਿਆਲ ਦਿਵਾਉਣਾ ਪੈਂਦਾ ਹੈ ਵੀ ਜ਼ਿਆਦੇ ਨਾ ਫਸ ਜਾਇਓ, ਹੌਲੀ ਹੌਲੀ ਨਿਕਲੋ। ਤੇ ਹੌਲੀ ਹੌਲੀ ਅਗਰ ਤੁਸੀਂ ਨਿਕਲਦੇ ਰਹੇ, ਇੱਕ ਇੱਕ ਕਦਮ, ਥੋੜਾ ਥੋੜਾ ਮੋਹ ਮਾਇਆ ਤੋਂ ਹਟਦੇ ਰਹੇ, ਘੁੰਮ ਘੁੰਮ ਕੇ, ਆਹਸਤੇ ਆਹਸਤੇ, ਇੱਕਦਮ ਤੇ ਨਹੀਂ ਨਿਕਲ ਸਕਦੇ ਹੋ, ਕਠਿਨ ਹੈ। ਕਈ ਸੋਚ ਲੈਂਦੇ ਹਨ ਵੀ ਇੱਕਦਮ ਨਿਕਲ ਕੇ ਨੱਠ ਜਾਵਾਂਗੇ, ਨਹੀਂ, ਐਸਾ ਨਹੀਂ ਹੁੰਦਾ ਹੈ। ਪਕੜ ਛੁੱਟਦੀ ਨਹੀਂ ਹੈ, ਦੂਰ ਜਾ ਕੇ ਵੀ ਨਹੀਂ ਛੁੱਟਦੀ ਹੈ, ਫਿਰ ਵੀ ਬਹੁਤ ਲੰਮੀ ਸਾਧਨਾ ਕਰਨੀ ਪੈਂਦੀ ਹੈ। ਕੀਤੀ ਹੈ ਨਾ ਬਹੁਤੇ ਨੇ, ਭਾਵੇਂ ਇੱਕਦਮ ਹੀ ਨੱਠ ਗਏ ਹਨ ਘਰੋਂ, ਤਾਂ ਵੀ ਬਹੁਤ ਸਮਾਂ ਲੱਗਾ ਹੈ ਉਹਨਾਂ ਨੂੰ ਪਕੜ ਛੱਡਣ ਵਾਸਤੇ। ਦੂਰ ਜਾ ਕੇ ਵੀ ਛੁੱਟਦੀ ਥੋੜ੍ਹੀ ਹੈ ਮਾਨਸਿਕ ਪਕੜ। ਤੇ ਹੌਲੀ ਹੌਲੀ ਧਿਆਨ ਜਦੋਂ ਹਟਦਾ ਹੈ ਸੰਸਾਰ ਵੱਲੋਂ, ਪਕੜ ਹਟਦੀ ਹੈ, ਹੌਲੀ ਹੌਲੀ ਤੁਸੀਂ ਨਿਕਲੋਗੇ ਬਾਹਰ, ਧੀਰੇ ਧੀਰੇ ਨਿਕਲੋਗੇ, ਘੁੰਮ ਘੁੰਮ ਕੇ ਨਿਕਲੋਗੇ, ਤੇ ਨਿਕਲਦੇ ਨਿਕਲਦੇ ਤੁਸੀਂ ਆਖਰੀ ਪਰਤ ਤੱਕ ਪਹੁੰਚ ਜਾਂਦੇ ਹੋ। ਜਦੋਂ ਉਹ ਆਖਰੀ ਪਰਤ ਪਾਰ ਕਰਨੀ ਬਹੁਤ ਕਠਿਨ ਹੈ, ਜਿਵੇਂ ਗੁਰਮੁਖ ਪਿਆਰੇ ਨੇ ਕਿਹਾ ਹੈ ਨਾ, ਉਹ ਆਖਰੀ ਪਰਤ ਜਦੋਂ ਸੰਸਾਰ ਵੱਲੋਂ ਧਿਆਨ ਹਟਦਾ ਹੈ, ਸੰਸਾਰ ਦੀ ਕਸ਼ਿਸ਼ ਤੋਂ ਬਾਹਰ ਹੋਣਾ ਹੈ, ਸੁਤੰਤਰ ਹੋਣਾ ਹੈ, ਤੇ ਦੂਸਰਾ ਪਾਸੇ ਦਾ ਤੁਹਾਨੂੰ ਪਤਾ ਹੀ ਨਹੀਂ ਹੈ। ਜਿਵੇਂ ਅੰਤਰਿਕਸ਼ ਦੇ ਵਿੱਚ ਜਾ ਰਹੇ ਹਨ ਜਿਹੜੇ ਲੋਕ, ਉਧਰ ਤੇ ਚਾਰ ਚੁਫੇਰੇ ਕੁਛ ਵੀ ਨਹੀਂ ਦਿਖਦਾ ਹੈ ਉਹਨਾਂ ਨੂੰ, ਸੁਣ ਹੀ ਸੁਣ। ਇਵੇਂ ਹੀ ਸੰਸਾਰ ਦੀ ਪਕੜ ਜਿਹੜਾ ਛੱਡਦਾ ਹੈ, ਉਹਨੂੰ ਵੀ ਇਵੇਂ ਹੀ ਸੁਣ ਹੀ ਸੁਣ, ਕੁਛ ਵੀ ਨਹੀਂ ਦਿਖਦਾ, ਤੇ ਆਦਮੀ ਡਰ ਜਾਂਦਾ। ਇੱਥੇ ਹੀ ਜ਼ਰੂਰਤ ਪੈਂਦੀ ਹੈ ਵੀ ਜਿਹੜਾ ਤੁਹਾਨੂੰ ਇਸ ਪਕੜ ਤੋਂ, ਇਹ ਆਖਰੀ ਪਰਤ ਜਿਹੜੀ ਹੈ ਪਕੜ ਦੀ, ਇਸ ਤੋਂ ਮੁਕਤ ਕਰਾ ਸਕੇ। ਬਹੁਤ ਕਠਿਨ ਹੈ। ਪਕੜ ਤੇ ਪਹਿਲਾਂ ਹੀ ਛੱਡਣੀ ਬਹੁਤ ਔਖੀ ਹੈ, ਪਹਿਲਾਂ ਹੀ ਵਾਰ-ਵਾਰ ਧਿਆਨ ਜਾਂਦਾ ਹੈ ਸੰਸਾਰ ਵੱਲ, ਖਿੱਚਿਆ ਚਲਿਆ ਜਾਂਦਾ ਹੈ। ਪਰ ਜਿਹੜਾ ਹਿੰਮਤ ਕਰਦਾ ਹੈ, ਸਾਹਸ ਕਰਦਾ ਹੈ, ਕੋਈ ਕੋਈ ਕਰਦਾ ਹੈ, ਉਹ ਫਿਰ ਪਹੁੰਚਦਾ ਹੈ ਦੁਆਰ ਤੇ, ਦਰਵਾਜ਼ਾ, ਇਹਨੂੰ ਹੀ ਗੁਰੂ ਦੁਆਰਾ ਕਿਹਾ ਹੈ। ਸੰਸਾਰ ਤੇ ਪਰਮਾਤਮਾ ਦੇ ਵਿਚਾਲੇ ਇੱਕ ਦਰਵਾਜ਼ਾ ਹੈ, ਉਹ ਦਰਵਾਜ਼ੇ ਨੂੰ ਹੀ ਗੁਰੂ ਕਿਹਾ ਹੈ। ਤੋ ਉਸ ਦਰਵਾਜ਼ੇ ਤੱਕ ਜਿਹੜਾ ਪਹੁੰਚ ਜਾਂਦਾ ਹੈ, ਤੇ ਉਸ ਦਰਵਾਜ਼ੇ ਤੱਕ ਸ਼ਬਦ ਦੁਆਰਾ ਵੀ ਪਹੁੰਚਿਆ ਜਾਂਦਾ ਹੈ, ਇਸ ਕਰਕੇ ਸ਼ਬਦ ਨੂੰ ਵੀ ਗੁਰੂ ਕਿਹਾ ਹੈ। ਪਰ ਉਸ ਦਰਵਾਜ਼ੇ ਤੋਂ ਅੱਗੇ ਸ਼ਬਦ ਦੀ ਲੋੜ ਨਹੀਂ ਹੈ, ਸ਼ਬਦ ਉਸ ਦਰਵਾਜ਼ੇ ਤੱਕ ਪਹੁੰਚਾ ਦਿੰਦਾ ਹੈ।
ਸ਼ਬਦ ਦੇ ਸਹਾਰੇ ਤੁਸੀਂ ਉਸ ਦਰ ਤੱਕ ਪਹੁੰਚ ਜਾਂਦੇ। ਭਾਵ ਕਿ ਧਿਆਨ ਸੰਸਾਰ ਵੱਲੋਂ ਹਟਾ ਸਕਦੇ ਹੋ ਤੁਸੀਂ ਸ਼ਬਦ ਦੇ ਸਹਾਰੇ ਟੋਟਲ ਹੀ। ਪਰ ਉਹ ਜਿਹੜੀ ਮਿਟਣ ਦੀ ਘੜੀ ਹੈ ਨਾ, ਉਹ ਬਹੁਤ ਡਰਾਉਣੀ ਹੁੰਦੀ ਹੈ। ਇੱਕ ਪਾਸਾ ਪੂਰਾ ਮਿਟ ਜਾਣਾ, ਟੋਟਲ ਛੁੱਟ ਜਾਣਾ, ਮੌਤ ਵਰਗੀ ਘਟਨਾ ਹੈ। ਉੱਚ ਸਹਿਯੋਗ ਦੀ ਲੋੜ ਹੁੰਦੀ ਹੈ। ਤੇ ਇਸੇ ਘਟਨਾ ਵਾਸਤੇ ਹੀ ਤਿਆਰੀ ਕਰਵਾਈ ਜਾ ਰਹੀ ਹੈ। ਖਿਆਲ ਵਿੱਚ ਰੱਖਿਓ, ਉਹ ਜਿਹੜਾ ਬੋਲਿਆ ਜਾ ਰਿਹਾ ਹੈ ਨਾ, ਇਹ ਤਿਆਰੀ ਹੀ ਹੈ ਵੀ ਕੁਛ ਕੁ ਗੁਰਮੁਖ ਪਿਆਰੇ ਤਿਆਰ ਹੋ ਜਾਣ, ਤੇ ਹੋ ਰਹੇ ਹਨ ਹੌਲੀ ਹੌਲੀ। ਸ਼ਬਦ ਦੇ ਸਹਾਰੇ, ਸ਼ਬਦ ਦੇ ਸਹਿਯੋਗ ਦੇ ਨਾਲ ਤੁਸੀਂ ਦਰ ਤੱਕ ਪਹੁੰਚ ਸਕਦੇ ਹੋ। ਤੇ ਦਰ ਤੱਕ ਪਹੁੰਚ ਗਏ, ਫਿਰ ਸ਼ਬਦ ਦੀ ਲੋੜ ਨਹੀਂ ਹੈ। ਇਸੇ ਕਰਕੇ ਹੀ ਆ ਮੈਂ ਬੋਲਣ ਦਾ ਥੋੜ੍ਹਾ ਜਿਹਾ ਟਾਈਮ ਵਧਾ ਦਿੱਤਾ ਹੈ, ਵੀ ਕੁਛ ਗੁਰਮੁਖ ਪਿਆਰੇ ਬਿਲਕੁਲ ਤਿਆਰ ਹੋ ਰਹੇ ਹਨ। ਤੇ ਉਹ ਚੰਗੀ ਤਰ੍ਹਾਂ ਤਿਆਰ ਹੋ ਜਾਣ। ਉਹਨਾਂ ਦੇ ਅੰਦਰ ਕੋਈ ਸਵਾਲ ਨਾ ਰਹਿ ਜਾਵੇ। ਉਹਨਾਂ ਨੂੰ ਹਰ ਪੱਖ ਤੋਂ ਹੀ ਸਮਝ ਵਿੱਚ ਆ ਜਾਵੇ ਮਾਰਗ ਵਾਸਤਵਿਕ ਦੇ ਵਿੱਚ। ਫਿਰ ਬਾਅਦ 'ਚ ਭਟਕਣਾ ਨਹੀਂ ਹੁੰਦੀ ਹੈ, ਮਾਰਗ ਸਾਫ਼ ਸਾਫ਼ ਹੋ ਜਾਵੇ। ਇਸੇ ਕਰਕੇ ਹੀ ਬੋਲ ਰਿਹਾ ਹਾਂ ਮੈਂ ਰੋਜ਼। ਤੇ ਅਗਰ ਤੁਸੀਂ ਵਾਸਤਵਿਕ ਦੇ ਵਿੱਚ ਦਿਲ ਦੀਆਂ ਗੱਲਾਂ ਪੁੱਛ ਲਵੋਗੇ ਜੋ ਤੁਹਾਡੇ ਅੰਦਰ ਹਨ, ਕਈ ਸੰਗਦੇ ਸੰਕੋਚ ਕਰਦੇ ਹਨ, ਪੁੱਛਦੇ ਨਹੀਂ ਹਨ। ਜਿਵੇਂ ਕੱਲ੍ਹ ਪਰਸੋਂ ਹੀ ਇੱਕ ਵਿਦੇਸ਼ ਦੇ ਵਿੱਚੋਂ ਮਾਈ ਦਾ ਟੈਲੀਫੋਨ ਆਇਆ ਸੀ, ਕਹਿੰਦੀ ਕੋਈ ਸਵਾਲ ਪੁੱਛਣਾ ਹੈ। ਮੈਂ ਕਿਹਾ ਸੀ ਵੀ ਇਹ ਗਰੁੱਪ ਦੇ ਵਿੱਚ ਹੀ ਪਾ ਦਿਓ ਲਿਖ ਕੇ ਤੁਸੀਂ। ਪਰ ਕਈ ਪ੍ਰੇਮੀ ਜਿਹੜੇ ਹਨ ਸੰਕੋਚ ਕਰਦੇ ਹਨ ਲਿਖਣ ਤੋਂ, ਵੀ ਕੁਛ ਐਸਾ ਨਾ ਲਿਖਿਆ ਜਾਵੇ ਵੀ ਕਿਸੇ ਨੂੰ ਚੰਗਾ ਨਾ ਲੱਗੇ, ਜਾਂ ਮੇਰੇ ਵੱਲ ਖਿਆਲ ਹੁੰਦਾ ਵੀ ਉਹਨਾਂ ਨੂੰ ਚੰਗਾ ਨਾ ਲੱਗੇ, ਕੁਛ ਐਸੀ ਗੱਲ ਨਾ ਹੋ ਜਾਵੇ। ਬਹੁਤ ਸਾਰੇ ਲਿਖਣਾ ਚਾਹੁੰਦੇ ਹਨ। ਜਿਵੇਂ ਮੈਂ ਕੱਲ੍ਹ ਕਿਹਾ ਸੀ ਨਾ ਵੀ ਦੋ ਤਰ੍ਹਾਂ ਦੇ ਪ੍ਰਸ਼ਨ ਪੁੱਛਣ ਵਾਲੇ ਹੁੰਦੇ ਹਨ। ਇੱਕ ਤੇ ਹੁੰਦੇ ਹਨ ਆਪਣੇ ਆਪ ਨੂੰ ਜਨਾਉਣ ਵਾਲੇ, ਉਸ ਢੰਗ ਦੇ ਨਾਲ ਲਿਖਦੇ ਹਨ। ਕੁਛ ਐਸੇ ਹੁੰਦੇ ਹਨ ਜਿਹੜਾ ਦੂਸਰੇ ਨੂੰ ਜਾਣਨਾ ਚਾਹੁੰਦੇ ਹਨ ਕਿ ਉਹਨੂੰ ਪਤਾ ਹੈ ਕਿ ਨਹੀਂ। ਪਰ ਇਹ ਤੀਸਰੇ ਤਰ੍ਹਾਂ ਦੇ ਵੀ ਸਰੋਤੇ ਹੁੰਦੇ ਹਨ ਜਿਹੜੇ ਪੁੱਛਣਾ ਚਾਹੁੰਦੇ ਹਨ ਵਾਸਤਵਿਕ ਦੇ ਵਿੱਚ ਜੋ ਉਹਨਾਂ ਨੂੰ ਜ਼ਰੂਰਤ ਹੈ, ਲੋੜ ਹੈ, ਤੋਂ ਸੰਕੋਚ ਕਰਦੇ ਹਨ। ਫਿਰ ਵੀ ਉਹਨਾਂ ਨੂੰ ਉੱਤਰ ਮਿਲ ਜਾਂਦਾ ਹੈ, ਕਹਿ ਵੀ ਦਿੰਦੇ ਹਨ ਕੁਝ ਦਿਨਾਂ ਬਾਅਦ ਵੀ ਅਸੀਂ ਆਹ ਪੁੱਛਣਾ ਚਾਹਿਆ ਸੀ, ਸੋਚਦੇ ਸੀ ਵੀ ਲਿਖ ਕੇ ਤੁਹਾਨੂੰ ਪੁੱਛੀਏ, ਪੁੱਛ ਨਹੀਂ ਸਕੇ ਹਾਂ, ਪਰ ਤੁਹਾਡੇ ਵੱਲੋਂ ਉੱਤਰ ਆ ਗਿਆ ਹੈ। ਬਹੁਤ ਵਾਰ ਐਸਾ ਹੋਵੇਗਾ ਕਿਉਂਕਿ ਤੁਸੀਂ ਭਾਵਨਾ ਨਾਲ ਕੁਛ ਪੁੱਛਣਾ ਚਾਹੋਗੇ ਤੇ ਤੁਹਾਡੀ ਭਾਵਨਾ ਹੀ ਇੱਧਰੋਂ ਉੱਤਰ ਕਢਾ ਦਿੰਦੀ ਹੈ। ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਮੈਂ ਜੋ ਬੋਲ ਰਿਹਾ ਹਾਂ ਨਾ, ਕਈ ਵਾਰ ਮੈਂ ਚੈੱਕ ਕਰਨ ਵਾਸਤੇ ਰਿਕਾਰਡਿੰਗ ਥੋੜ੍ਹੀ ਜਿਹੀ ਦੁਬਾਰਾ ਸੁਣਦਾ ਹਾਂ ਵਿੱਚੋਂ
ਤਾਂ ਮੈਨੂੰ ਹੀ ਖਿਆਲ ਵਿੱਚ ਆਉਂਦਾ ਹੈ ਵੀ ਇਹ ਜੋ ਬੋਲਿਆ ਸੀ ਵੀ ਇਹ ਖਿਆਲ ਵਿੱਚ ਹੀ ਨਹੀਂ ਬੋਲਿਆ ਗਿਆ। ਤੇ ਜੋ ਪਤਾ ਵੀ ਨਹੀਂ ਹੁੰਦਾ ਹੈ ਉਹ ਵੀ ਬੋਲਿਆ ਜਾਂਦਾ ਹੈ, ਕਿਉਂਕਿ ਮੈਂ ਸੋਚ ਸੋਚ ਕੇ ਨਹੀਂ ਨਾ ਬੋਲਦਾ। ਤੁਸੀਂ ਬੁਲਾਉਂਦੇ ਹੋ, ਤੁਸੀਂ ਨਹੀਂ ਵੀ ਪੁੱਛਦੇ ਹੋ। ਅਗਰ ਭਾਵਨਾ ਹੈ ਤੁਹਾਡੀ ਤੇ ਤੁਹਾਡੀ ਭਾਵਨਾ ਹੀ ਇੱਧਰੋਂ ਕੁਛ ਬੁਲਾ ਲੈਂਦੀ ਹੈ। ਤੇ ਕਈ ਆ ਮਿੱਤਰ ਪਿਆਰੇ ਲਿਖ ਕੇ ਪੁੱਛਦੇ ਹਨ, ਫਿਰ ਮਿਟਾ ਦਿੰਦੇ ਹਨ, ਲਿਖ ਕੇ ਫਿਰ ਡਿਲੀਟ ਕਰ ਦਿੰਦੇ ਹਨ। ਤੁਸੀਂ ਡਿਲੀਟ ਨਾ ਕਰੋ, ਇੰਨੀ ਡਰਨ ਦੀ ਲੋੜ ਨਹੀਂ ਹੈ। ਸੁਭਾਵਿਕ ਹੀ ਹੈ, ਜੈਸਾ ਤੁਹਾਡਾ ਮਨ ਹੈ ਐਸੇ ਤਕਰੀਬਨ ਸਾਰਿਆਂ ਦਾ ਹੀ ਹੈ। ਜੈਸੇ ਤੁਹਾਡੇ ਅੰਦਰ ਸਵਾਲ ਹਨ ਵੈਸੇ ਹੀ ਸਾਰਿਆਂ ਦੇ। ਨਿੰਦਾ ਵਾਲੀ ਕੋਈ ਗੱਲ ਨਹੀਂ ਹੈ। ਤੁਸੀਂ ਮਿਟਾਇਆ ਨਾ ਕਰੋ, ਜੋ ਲਿਖੋ ਲਿਖ ਦਿਓ, ਕੋਈ ਗੱਲ ਨਹੀਂ। ਤੇ ਸੁਭਾਵਿਕ ਜੋ ਅੰਦਰੋਂ ਤੁਹਾਡੇ ਆਵੇ, ਤੁਸੀਂ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਲਵੋ। ਫਿਰ ਪਤਾ ਨਹੀਂ ਕਦੋਂ ਇਹ ਜੋ ਸ਼ਬਦ ਹਨ ਇਹ ਰੁਕ ਜਾਣ। ਸਦਾ ਤੇ ਨਹੀਂ ਮੈਂ ਬੋਲਦਾ ਰਵਾਂਗਾ। ਹਾਂ, ਐਸੇ ਗੁਰਮੁਖ ਪਿਆਰੇ ਤਿਆਰ ਹੋ ਜਾਣਗੇ ਜਦੋਂ, ਜਿਵੇਂ ਮੈਂ ਕਿਹਾ ਵੀ ਦਰ ਤੱਕ ਪਹੁੰਚ ਗਏ, ਫਿਰ ਅੱਗੇ ਸ਼ਬਦ ਦੀ ਲੋੜ ਨਹੀਂ ਹੈ, ਫਿਰ ਤੇ ਇਸ਼ਾਰਿਆਂ ਨਾਲ ਹੀ ਸਮਝਣਗੇ। ਜਿਵੇਂ ਕਹਿੰਦੇ ਨਾ, ਗੂੰਗੇ ਦੀ ਮਾਂ ਗੂੰਗੇ ਦੀਆਂ ਰਮਜਾਂ ਜਾਣਦੀ, ਪ੍ਰੇਮ ਕਰਦੇ ਹੈ ਨਾ ਤੇ ਜਾਣਦੀ ਹੈ। ਏਦਾਂ ਹੀ ਗਹਿਰੇ ਤਲ ਤੇ ਜਿਹੜੇ ਜੁੜ ਜਾਣਗੇ ਤਾਂ ਫਿਰ ਇਸ਼ਾਰੇ ਹੀ ਸਮਝਣਗੇ, ਫਿਰ ਬੋਲਣ ਦੀ ਲੋੜ ਥੋੜ੍ਹੀ ਹੁੰਦੀ ਹੈ। ਜਿਵੇਂ ਕਹਿੰਦੇ ਹਨ ਵੀ ਬਾਬੇ ਨਾਨਕ ਕੋਲ ਬਾਬਾ ਲਹਿਣਾ ਜੀ ਰਹਿੰਦੇ ਸਨ, ਕਹਿੰਦੇ ਉਹਨਾਂ ਨੂੰ ਇਸ਼ਾਰਾ ਹੀ ਕਰਦਿਆ ਕਰਦੇ ਸਨ ਵੀ ਪੁਰਖਾ ਬਸ ਇਸ਼ਾਰਾ ਕਰ ਦਿੱਤਾ, ਤੋ ਇਸ਼ਾਰਾ ਹੀ ਸਮਝ ਲੈਂਦੇ ਸਨ। ਇਹ ਵਾਸਤਵਿਕ ਘਟਨਾ ਲਿਖੀ ਵੀ ਗਈ ਹੈ। ਕਹਿੰਦੇ ਜਦੋਂ ਉਹਨਾਂ ਨੇ ਆਪਣਾ ਕਮੰਡਲ ਇੱਕ ਚਿੱਕੜ ਦੇ ਵਿੱਚ ਸੁੱਟ ਦਿੱਤਾ, ਦਲਦਲ ਦੇ ਵਿੱਚ, ਤੇ ਆਪਣੇ ਦੋਵਾਂ ਸਪੁੱਤਰਾਂ ਨੂੰ ਕਿਹਾ ਕੱਢਣ ਵਾਸਤੇ, ਉਹ ਨਹੀਂ ਗਏ। ਤੇ ਬਾਬੇ ਲਹਿਣੇ ਨੂੰ ਇਸ਼ਾਰਾ ਹੀ ਕੀਤਾ, ਕਿਹਾ ਨਹੀਂ, ਇਸ਼ਾਰਾ, ਨੱਠੇ ਗਏ, ਜਾ ਕੇ ਕਮੰਡਲ ਕੱਢ ਕੇ ਲੈ ਆਂਦਾ। ਦੇਖੋ, ਉਹ ਪਹਿਲਾਂ ਹੀ ਸਮਝ ਗਏ ਇਸ਼ਾਰਾ। ਦਰਅਸਲ ਜਦੋਂ ਉਹਨਾਂ ਨੇ ਕਮੰਡਲ ਸੁੱਟਿਆ ਹੋਵੇਗਾ ਉਦੋਂ ਹੀ ਸਮਝ ਗਏ ਹੋਣਗੇ। ਵੀ ਇਹ ਬਹੁਤ ਗਹਿਰੀ ਰਮਝ ਹੈ। ਇਹ ਕੁਛ ਕਰਵਾਉਣਾ ਚਾਹੁੰਦੇ ਹਨ ਤੇ ਵਾਸਤਵਿਕ ਦੇ ਵਿੱਚ ਹੈ ਵੀ ਰਮਝ ਸੀ। ਉਹਨਾਂ ਨੇ ਸਮਝੀ ਵੀ ਜਿਹੜਾ ਚਿੱਕੜ ਦੇ ਵਿੱਚ ਵੜਨ ਨੂੰ ਡਰਦਾ ਹੈ ਉਹ ਚਿੱਕੜ ਚੋਂ ਦੂਸਰਿਆਂ ਨੂੰ ਕੱਢ ਨਹੀਂ ਸਕਦਾ ਹੈ। ਉਹਨਾਂ ਦੇ ਸਪੁੱਤਰ ਵੜਨ ਨੂੰ ਡਰੇ ਸਨ, ਇਸ ਕਰਕੇ ਉਹ ਪ੍ਰਚਾਰਕ ਨਹੀਂ ਹੋ ਸਕੇ ਹਨ, ਦੋਵੇਂ ਨਹੀਂ ਹੋ ਸਕੇ ਬਹੁਤੇ। ਦੂਸਰੇ ਦਾ ਵੀ ਥੋੜ੍ਹਾ ਜਿਹਾ ਚੱਲਿਆ ਹੈ ਧਰਮ ਸੰਪਰਦਾ, ਫਿਰ ਖਤਮ ਹੋ ਗਈ। ਬਾਬੇ ਨਾਨਕ ਦੀ ਦੇਖੋ, ਕਿਉਂਕਿ ਉਹ ਜਾਣਨਾ ਚਾਹੁੰਦੇ ਸਨ ਕਿ ਚਿੱਕੜ ਦੇ ਵਿੱਚੋਂ ਕੌਣ ਕੱਢ ਕੇ ਲਿਆਉਂਦਾ ਹੈ, ਕਿਹੜਾ ਚਿੱਕੜ ਦੇ ਡਰਦਾ ਹੈ ਚਿੱਕੜ, ਤੇ ਜਿਹੜਾ ਚਿੱਕੜ ਤੋਂ ਨਹੀਂ ਡਰੇਗਾ ਉਹੀ ਚਿੱਕੜ ਚੋਂ ਦੂਸਰਿਆਂ ਨੂੰ ਕੱਢ ਕੇ ਲਿਆਵੇਗਾ। ਤੇ ਉਹਨਾਂ ਨੇ ਗਲ ਬੱਕੜੀ 'ਚ ਲੈ ਲਿਆ ਬਾਬੇ ਲਹਿਣੇ ਨੂੰ ਵੀ ਤੂੰ ਜਾ ਸਕਦਾ। ਦਰਅਸਲ ਮੈਂ ਫਿਰ ਖਿਆਲ ਵਿੱਚ ਤੁਹਾਨੂੰ ਦਵਾਵਾਂ ਵੀ ਗਿਆਨ ਨੂੰ ਉਪਲਬਧ ਬਹੁਤ ਹੋ ਜਾਂਦੇ ਹਨ। ਬਾਬੇ ਨਾਨਕ ਦੇ ਟਾਈਮ ਹੀ ਬਹੁਤ ਸਾਰੇ ਸਿੱਖ ਉਪਲਬਧ ਹੋਏ ਹੋਣਗੇ, ਪਰ ਸਾਰੇ ਉਪਦੇਸ਼ਕ ਨਹੀਂ ਹੁੰਦੇ ਹਨ। ਬਹੁਤ ਸਾਰੇ ਬਾਹਰ ਨਿਕਲ ਕੇ ਸੰਸਾਰ ਤੋਂ ਬੈਠ ਜਾਂਦੇ ਆ, ਕਿਉਂਕਿ ਸੰਸਾਰ ਦੇ ਵਿੱਚ ਫੇਰ ਜਾਣਾ
ਸੰਸਾਰ ਦੀ ਵਿਚਾਰਧਾਰਾ ਦੇ ਨਾਲ ਜੁੜਨਾ। ਹੁਣ ਤੁਹਾਡੇ ਬਾਰੇ ਸੋਚ ਕੇ ਵਿਚਾਰ ਕੇ ਕੋਈ ਗੱਲ ਕਹਿਣੀ, ਚਿੱਕੜ 'ਚ ਜਾਣਾ ਹੀ ਨਾ। ਕਿਉਂਕਿ ਸੰਸਾਰ ਨੂੰ, ਸੰਸਾਰੀ ਲੋਕਾਂ ਨੂੰ ਕੁਝ ਸਮਝਾਉਣਾ ਹੈ, ਤੇ ਸਮਝਾਉਣ ਵਾਸਤੇ ਸੰਸਾਰ 'ਚ ਤੇ ਜਾਣਾ ਹੀ ਪਵੇਗਾ ਨਾ, ਚਿੱਕੜ 'ਚ ਤੇ ਵੜਨਾ ਵੀ ਪਏਗਾ। ਤੇ ਬਾਬਾ ਲਹਿਣਾ ਜੀ ਵੜੇ, ਬਹੁਤਿਆਂ ਨੂੰ ਚਿੱਕੜ ਦੇ ਵਿੱਚੋਂ ਕੱਢਿਆ। ਸੰਸਾਰ ਦੇ ਵਿੱਚ ਜਾ ਕੇ ਕੱਢ ਕੇ ਲਿਆਂਦਾ। ਉਹ ਦੇਖਦੇ ਸਨ, ਗਿਆਨ ਨੂੰ ਉਪਲਬਧ ਬਹੁਤੇ ਹੋ ਜਾਂਦੇ ਸਨ। ਫਿਰ ਇਹ ਦੇਖਣਾ ਹੁੰਦਾ ਹੈ ਨਾ, ਕਿਹੜਾ ਇਸ ਤੋਂ ਬਾਅਦ ਇਹ ਕੰਮ ਕਰ ਸਕਦਾ ਹੈ। ਸੰਸਾਰ ਦੇ ਵਿੱਚ ਜਾ ਕੇ ਫਿਰ ਸੰਸਾਰੀ ਲੋਕਾਂ ਨੂੰ ਕੱਢ ਕੇ ਲੈ ਕੇ ਆਉਣਾ। ਐਸੇ ਜਿਹੜੇ ਪਿਆਰੇ ਹੁੰਦੇ ਹਨ ਨਾ ਗੁਰੂ ਦੇ, ਉਹ ਗੁਰੂ ਦੇ ਇਸ਼ਾਰੇ ਹੀ ਸਮਝਦੇ ਹਨ। ਬਾਅਦ ਦੇ ਵਿੱਚ ਇਸ਼ਾਰੇ ਹੀ ਹੁੰਦੇ, ਕਿਉਂਕਿ ਦਿਲ ਦੇ ਨਾਲ ਦਿਲ ਮਿਲ ਗਿਆ ਹੁੰਦਾ ਹੈ, ਤੇ ਉਹ ਇਸ਼ਾਰੇ ਹੀ ਸਮਝ ਲੈਂਦੇ ਹਨ। ਕਰਨ ਤੋਂ ਪਹਿਲਾਂ ਹੀ ਸਮਝ ਲੈਂਦੇ ਹਨ। ਜਦੋਂ ਹਾਰਦਿਕ ਸੰਬੰਧ ਹੋ ਜਾਵੇ ਫਿਰ ਸਮਝੇ ਜਾਂਦੇ ਹਨ, ਫਿਰ ਸਮਝ ਵਿੱਚ ਵੀ ਆਉਂਦੇ ਹਨ। ਤੇ ਜਦੋਂ ਕੁਛ ਗੁਰਮੁਖ ਪਿਆਰੇ ਤਿਆਰ ਹੋ ਗਏ ਇਸ਼ਾਰੇ ਸਮਝਣ ਨੂੰ, ਤੇ ਫਿਰ ਮੇਰੇ ਬੋਲਣ ਦੀ ਲੋੜ ਨਹੀਂ ਹੈ। ਤੇ ਉਸ ਤੋਂ ਬਾਅਦ ਫਿਰ ਸ਼ਬਦ ਦੇ ਸਹਾਰੇ ਨਹੀਂ ਜਾਇਆ ਜਾਂਦਾ। ਸ਼ਬਦ ਜਿੱਥੋਂ ਤੱਕ ਲੈ ਕੇ ਜਾਂਦਾ ਹੈ ਨਾ, ਉਸ ਤੋਂ ਬਾਅਦ ਫਿਰ ਸ਼ਬਦ ਤੋਂ ਬਗੈਰ ਗਤੀ ਹੁੰਦੀ। ਫਿਰ ਕੁਛ ਕੁ ਧਿਆਨ ਨਾਲ ਜਾਂਦੇ ਹਨ, ਕੁਛ ਕੁ ਪ੍ਰੇਮ ਨਾਲ ਜਾਂਦੇ ਹਨ, ਪ੍ਰੇਮ ਦੇ ਇਸ਼ਾਰਿਆਂ ਨਾਲ ਜਾਂਦੇ ਹਨ। ਤੇ ਇਹ ਰੋਜ਼ ਜੋ ਬੋਲਿਆ ਜਾ ਰਿਹਾ ਹੈ, ਇਹ ਤਿਆਰੀ ਹੈ। ਇਹ ਤੁਸੀਂ ਥੋੜ੍ਹਾ ਜਿਹਾ ਬਾਹਰ ਆ ਜਾਓ। ਮੈਂ ਅਕਸਰ ਕਹਿੰਦਾ ਇੱਕ ਕਦਮ ਬਾਹਰ ਆਓ। ਥੋੜ੍ਹਾ ਜਿਹਾ ਤੁਸੀਂ ਇਸ ਗ੍ਰੈਵਿਟੇਸ਼ਨ ਤੋਂ, ਇਹ ਮਾਇਆ ਦੀ ਪਕੜ ਤੋਂ, ਇਹ ਮੋਹ ਦੀ ਪਕੜ ਤੋਂ ਥੋੜ੍ਹਾ ਜਿਹਾ ਬਾਹਰ ਆਓ। ਸੀਮਾ 'ਤੇ ਆ ਜਾਓ। ਜਿੱਥੋਂ ਤੁਹਾਨੂੰ ਡਰ ਲੱਗਦਾ ਹੈ ਨਾ, ਬਸ ਉੱਥੇ ਤੱਕ ਆ ਜਾਓ। ਉੱਥੋਂ ਅੱਗੇ ਤੁਸੀਂ ਬਾਂਹ ਫੜਾ ਦਿਓ। ਤੇ ਮੈਂ ਨਿਮਿੱਤ ਬਣਨ ਨੂੰ ਤਿਆਰ ਹਾਂ। ਬਹਾਨਾ ਹੀ ਹੁੰਦਾ ਹੈ ਇੱਕ, ਆਨੇ ਬਹਾਨੇ ਹੀ। ਆ ਦੇਖੋ ਬੋਲਿਆ ਜਾ ਰਿਹਾ ਹੈ, ਸੁਣਿਆ ਜਾ ਰਿਹਾ, ਤੇ ਜਿਹੜਾ ਦੁਆਰਾ ਬਹਾਨਾ ਹੋ ਰਿਹਾ ਹੈ ਉਹੋ ਹੀ ਕਰ ਰਿਹਾ ਹੈ ਸਭ ਕੁਛ। ਉਹ ਤੁਹਾਨੂੰ ਬੁਲਾ ਰਿਹਾ ਹੈ। ਉਹ ਹੀ ਇਹ ਸਭ ਖੇਲ ਕਰ ਰਿਹਾ ਹੈ, ਬੋਲਣ ਦਾ ਤੇ ਸੁਣਨ ਦਾ। ਤਾਂ ਉਹਨੇ ਕੁਛ ਪਿਆਰਿਆਂ ਨੂੰ ਮੁਕਤ ਕਰਨਾ ਹੈ, ਉਹਨਾਂ ਨੂੰ ਖਿੱਚ ਰਿਹਾ ਹੈ ਆਪਣੇ ਮਾਇਆ ਦੀ ਪਕੜ 'ਚੋਂ। ਤੇ ਜਿਹੜੇ ਨਿਕਲ ਨੂੰ ਤਿਆਰ ਹੋਣਗੇ ਤੇ ਉਹਦੇ ਵੱਲ ਨੂੰ ਆਕਰਸ਼ਿਤ ਹੋਣਗੇ। ਪਰਮਾਤਮਾ ਵੀ ਖਿੱਚਦਾ ਹੈ। ਇਸੇ ਕਰਕੇ ਦੀਆ ਜਿਹੜਾ ਹੈ ਨਾ, ਇਹ ਪ੍ਰਤੀਕ ਬਣ ਗਿਆ ਸਾਧਕਾਂ ਦਾ। ਕਿਉਂਕਿ ਦੀਆ ਉੱਪਰ ਨੂੰ, ਰੋਸ਼ਨੀ ਉੱਪਰ ਨੂੰ ਜਾਂਦੀ ਹੈ। ਤੁਸੀਂ ਦੇਖਿਆ ਹੈ ਨਾ, ਜੋਤ ਉੱਪਰ ਨੂੰ ਜਾਂਦੀ ਹੈ, ਤੇ ਜੋਤ ਪ੍ਰਤੀਕ ਬਣ ਗਈ। ਸਭ ਕੁਝ ਧਰਤੀ ਥੱਲੇ ਨੂੰ ਖਿੱਚਦੀ ਹੈ, ਅੱਗ ਉੱਪਰ ਨੂੰ ਜਾਂਦੀ ਹੈ। ਇਹਦਾ ਭਾਵ ਹੈ ਉੱਪਰ ਨੂੰ ਵੀ ਖਿੱਚ ਰਿਹਾ ਹੈ ਤੁਹਾਨੂੰ ਕੋਈ। ਤੁਹਾਡੀ ਆਤਮਾ ਨੂੰ ਪਰਮਾਤਮਾ ਖਿੱਚ ਰਿਹਾ ਹੈ, ਤੁਹਾਡੇ ਸਰੀਰ ਨੂੰ ਧਰਤੀ ਖਿੱਚ ਰਹੀ ਹੈ। ਪਰ ਤੁਸੀਂ ਸਰੀਰ ਨਾਲ ਜੁੜ ਕੇ ਧਰਤੀ ਦੇ ਨਾਲ, ਸਥੂਲ ਦੇ ਨਾਲ ਜੁੜ ਰਹੇ ਹੋ, ਤੇ ਸਥੂਲ ਨਾਲੋਂ ਪਕੜ ਛੱਡਣੀ ਹੈ। ਇੱਕ ਕੰਮ ਤੁਸੀਂ ਕਰੋ, ਦੂਸਰੇ ਪਾਸੇ ਪਰਮਾਤਮਾ ਖਿੱਚ ਹੀ ਰਿਹਾ ਹੈ ਤੁਹਾਨੂੰ, ਕਿਸੇ ਨਾ ਕਿਸੇ ਬਹਾਨੇ ਉਹ ਖਿੱਚ ਲਵੇਗਾ। ਤੇ ਅੱਧਾ ਕੰਮ ਤੁਸੀਂ ਕਰੋ, ਜਿਵੇਂ ਕਿਹਾ ਹੈ ਨਾ, ਜਾਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨਿ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਾਹਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਧਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗ, ਮਉ ਕੋ ਕਰ ਸੰਤਨ ਕੀ ਤੂਰੇ।